ਦੋਸਤੋ, ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਸ਼ਿਕਵਾ ਕਰਦੇ ਹਾਂ ਕਿ ਜੇ ਮੈਨੂੰ ਆਹ ਮਿਲਿਆ ਹੁੰਦਾ ਤੇ ਮੈਂ ਆਹ ਕਰ ਜਾਂਦਾ, ਜੇ ਮੇਰੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਤੇ ਮੈਂ ਆਹ ਬਣ ਜਾਣਾ ਸੀਗਾ। ਇਹ ਜੇ ਸ਼ਬਦ ਇੱਕ ਕੰਡੀਸ਼ਨ ਵੱਲ ਇਸ਼ਾਰਾ ਕਰਦਾ, ਇਹ ਸੂਚਨਾ ਦਿੰਦਾ ਕਿ ਜੇ ਇਹ ਹੁੰਦਾ ਤੇ ਮੈਂ ਇਹ ਹੁੰਦਾ। ਦੋਸਤੋ, ਮੈਂ ਇੱਥੇ ਗੱਲ ਇੱਕ ਦੂਸਰੇ ਸੰਦਰਭ ਦੇ ਵਿੱਚ ਕਰਨਾ ਚਾਹੁੰਦਾ ਹਾਂ। ਮੈਂ ਗੱਲ ਕਰਨਾ ਚਾਹੁੰਦਾ ਹਾਂ ਇੱਛਾ ਸ਼ਕਤੀ ਦੀ। ਜੋ ਵੀ ਲੋਕ ਇੱਛਾ ਸ਼ਕਤੀ ਰੱਖਦੇ ਹਨ ਜਾਂ ਜਿਹੜੇ ਲੋਕ ਇੱਛਾ ਸ਼ਕਤੀ ਨਾਲ ਭਰਪੂਰ ਹਨ, ਉਹ ਪ੍ਰਤੀਕੂਲ ਹਾਲਾਤਾਂ ਦੇ ਵਿੱਚ ਵੀ ਆਪਣੀ ਇੱਛਾ ਸ਼ਕਤੀ ਦੇ ਬਲ ਦੇ ਨਾਲ ਮੰਜ਼ਿਲਾਂ ਸਰ ਕਰ ਲਿਆ ਕਰਦੇ ਹਨ। ਇੱਥੇ ਮੈਂ ਤੁਹਾਡੇ ਨਾਲ ਇੱਕ ਰਚਨਾ ਸਾਂਝੀ ਕਰਨੀ ਚਾਹੁੰਦਾ ਹਾਂ, ਜਿਨ੍ਹਾਂ ਨੂੰ ਅਸੀਂ ਬਾਬਾ ਨਾਜ਼ਮੀ ਦੇ ਨਾਂ ਦੇ ਨਾਲ ਜਾਣਦੇ ਹਾਂ। ਬਾਬਾ ਨਾਜ਼ਮੀ ਜੀ ਕਹਿੰਦੇ ਹਨ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਉਹ ਅੱਗੇ ਲਿਖਦੇ ਹਨ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਜਦੋਂ ਅਸੀਂ ਹਾਲਾਤਾਂ ਦੇ ਪ੍ਰਪੇਖ ਵਿੱਚ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਹੋਣ ਤੇ ਮੈਂ ਆ ਹੋ ਸਕਦਾ ਸੀ, ਇਹ ਸਾਰੇ ਲੇਮ ਐਕਸਕਿਊਜ਼ਸ ਹਨ। ਇਹ ਆਪਣੇ ਆਪ ਨੂੰ ਧਰਵਾਸਾ ਦੇਣਾ, ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਆਓ ਗੱਲ ਦੂਸਰੇ ਐਂਗਲ ਤੇ ਕਰਦੇ ਹਾਂ। ਇੱਕ ਕੋਟ ਹੈ, when the student is ready the teacher will appear। ਇਸ ਕੋਟ ਨੂੰ ਸਿਧਾਰਥ ਬੁੱਧ ਦੇ ਨਾਲ ਵੀ ਜੋੜਿਆ ਜਾਂਦਾ। ਖੈਰ, ਮੈਂ ਇਸ ਵਿਸ਼ੇ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ। ਮਤਲਬ ਹੈ ਕਿ ਜਦ ਵਿਦਿਆਰਥੀ ਤਿਆਰ ਹੋ ਜਾਂਦਾ ਹੈ, ਉਹਦੀ ਇੱਛਾ ਸ਼ਕਤੀ ਪ੍ਰਬਲ ਹੋ ਜਾਂਦੀ ਹੈ ਕੁਝ ਸਿੱਖਣ ਲਈ, ਤੇ ਕੁਦਰਤ ਦਾ ਨਿਜ਼ਾਮ ਇਸ ਤਰ੍ਹਾਂ ਦਾ ਹੈ, ਇਹ ਉਹਦੇ ਲਈ ਇੱਕ ਟੀਚਰ ਪੈਦਾ ਕਰ ਦਿੰਦੀ ਹੈ, ਇਹ ਉਹਦੇ ਲਈ ਇੱਕ ਅਧਿਆਪਕ ਖੜਾ ਕਰ ਦਿੰਦੀ ਹੈ। ਲੋੜ ਹੈ ਇਹਨੂੰ ਇੱਕ ਦੂਸਰੇ ਸੰਦਰਭ ਦੇ ਵਿੱਚ ਸਮਝਣ ਦੀ। ਦੋਸਤੋ, ਇੱਛਾ ਸ਼ਕਤੀ ਇੱਕ ਅਜਿਹਾ ਟੂਲ ਹੈ ਜੋ ਹਾਲਾਤਾਂ ਦੇ ਪ੍ਰਤੀਕੂਲ ਜਾ ਕੇ ਜੀਵਨ ਦੇ ਵਿੱਚ ਰੰਗ ਭਰ ਦਿੰਦਾ ਹੈ। ਇੱਕ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਚਾਹੁੰਦਾ ਹਾਂ। ਇਹਨੂੰ ਕਹਾਣੀ ਨਹੀਂ ਕਿਹਾ ਜਾ ਸਕਦਾ, ਇਹ ਇਤਿਹਾਸਕ ਪੱਖ ਵੀ ਹੈ ਸਕਾਟਲੈਂਡ ਦਾ। ਸਕਾਟਲੈਂਡ ਦਾ ਇੱਕ ਰਾਜਾ ਹੋਇਆ ਜਿਹਨੂੰ ਕਿੰਗ ਬਰੂਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਉਹ ਇੰਗਲਿਸ਼ ਆਰਮੀ ਤੋਂ ਕਈ ਵਾਰ ਸ਼ਿਕਸਤ ਖਾ ਚੁੱਕਾ ਸੀਗਾ, ਹਾਰ ਚੁੱਕਾ ਸੀਗਾ। ਇੱਕ ਵਾਰ ਫਿਰ ਇੰਗਲਿਸ਼ ਆਰਮੀ ਤੋਂ ਹਾਰਨ ਤੋਂ ਬਾਅਦ ਉਹ ਜੰਗਲਾਂ ਵਿੱਚ ਲੁਕ ਜਾਂਦਾ ਹੈ ਅਤੇ ਗੁਫਾ ਦੇ ਵਿੱਚ ਜਾ ਕੇ ਛਿਪ ਜਾਂਦਾ ਹੈ। ਗੱਲ ਸਮਝਣ ਦੀ ਕੋਸ਼ਿਸ਼ ਕਰਿਓ। ਉਸ ਗੁਫਾ ਦੇ ਵਿੱਚ ਇੱਕ ਮੱਕੜੀ ਦਾ ਜਾਲ ਹੈ ਅਤੇ ਮੱਕੜੀ ਨੀਚੇ ਹੈ। ਮੱਕੜੀ ਬਾਰ-ਬਾਰ ਆਪਣੇ ਜਾਲ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ, ਬਾਰ-ਬਾਰ ਅਸਫਲ ਹੋ ਜਾਂਦੀ ਹੈ। ਇਹ ਸਭ ਕੁਝ ਕਿੰਗ ਬਰੂਸ ਦੇਖ ਰਿਹਾ ਸੀ। ਉਹਦੀ ਜਿਗਿਆਸਾ ਪ੍ਰਬਲ ਹੋ ਗਈ। ਉਹਨੇ ਬੜੇ ਗੌਰ ਦੇ ਨਾਲ ਮੱਕੜੀ ਦੀ ਕੋਸ਼ਿਸ਼ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਕੇਵਲ ਸ਼ੁਰੂ ਨਹੀਂ ਕਰ ਦਿੱਤਾ, ਆਪਣੀ ਹਾਰ ਨੂੰ ਵੀ ਮੱਕੜੀ ਦੀ ਕੋਸ਼ਿਸ਼ ਦੇ ਨਾਲ ਜੋੜ ਕੇ ਦੇਖਣ ਲੱਗ ਪਿਆ। ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੱਕੜੀ ਡਿੱਗਦੀ, ਪਰ ਉਹ ਹਾਰ ਨਾ ਮੰਨਦੀ ਅਤੇ ਇੱਕ ਮੌਕਾ ਐਸਾ ਹੋਇਆ ਕਿ ਮੱਕੜੀ ਆਪਣੇ ਜਾਲ ਦੇ ਉੱਤੇ ਪਹੁੰਚ ਗਈ। ਇਹ ਦ੍ਰਿਸ਼ ਕਿੰਗ ਬਰੂਸ ਦੇ ਦਿਲ ਦੇ ਉੱਤੇ ਵੱਜਿਆ। ਉਹਨੇ ਆਪਣੀ ਬਿਖਰੀ ਹੋਈ ਆਰਮੀ ਨੂੰ, ਆਪਣੀ ਸਕੈਟਰਡ ਆਰਮੀ ਨੂੰ ਦੁਬਾਰਾ ਇਕੱਠਾ ਕੀਤਾ। ਇੱਕ ਨਵੇਂ ਜੋਸ਼ ਅਤੇ ਹੋਸ਼ ਦੇ ਨਾਲ ਉਹਨੇ ਦੁਬਾਰਾ ਇੰਗਲਿਸ਼ ਆਰਮੀ ਦੇ ਨਾਲ ਲੋਹਾ ਲਿਆ। ਕੇਵਲ ਲੋਹਾ ਹੀ ਨਹੀਂ ਲਿਆ, ਉਹ ਜਿੱਤ ਵੀ ਗਿਆ। ਦੋਸਤੋ, ਇਹ ਕਹਾਣੀ ਕਿਸ ਚੀਜ਼ ਵੱਲ ਇਸ਼ਾਰਾ ਕਰਦੀ ਹੈ? ਮੈਂ ਇੱਕ ਕੋਟ ਤੁਹਾਡੀ ਨਜ਼ਰ ਕੀਤੀ ਸੀ, when the student is ready the teacher will appear। ਉਹ ਅਧਿਆਪਕ ਕੇਵਲ ਕਿਸੇ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਨਹੀਂ ਆਇਆ। ਕੁਦਰਤ ਦਾ ਨਿਜ਼ਾਮ ਦੇਖੋ। ਜੇ ਉਹ ਗੁਫਾ ਵਿੱਚ ਛੁਪਿਆ ਸੀ, ਉੱਥੇ ਇੱਕ ਮੱਕੜੀ ਹੀ ਉਹਦਾ ਅਧਿਆਪਕ ਬਣ ਗਈ ਅਤੇ ਮੱਕੜੀ ਨੇ ਨਾ ਕੇਵਲ ਕਿੰਗ ਬਰੂਸ ਦਾ ਅਧਿਆਪਨ ਕੀਤਾ, ਸਗੋਂ ਉਹਨੂੰ ਇੱਕ ਨਵੇਂ ਜੋਸ਼ ਨਾਲ ਭਰ ਦਿੱਤਾ। ਉਹਨੂੰ ਇਹ ਸੁਨੇਹਾ ਦੇ ਦਿੱਤਾ ਕਿ ਜੇ ਇੱਕ ਮੱਕੜੀ ਹੋ ਕੇ ਮੈਂ ਹਾਰ ਨਹੀਂ ਮੰਨੀ ਤੇ ਤੂੰ ਕਿਉਂ ਹਾਰ ਮੰਨਦਾ? ਦੋਸਤੋ,
ਜ਼ਿੰਦਗੀ ਦੇ ਪ੍ਰਚਲਨ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਣ ਦੀ ਜ਼ਰੂਰਤ ਹੈ। ਖਾਸ ਕਰਕੇ ਮੈਂ ਆਪਣੇ ਵਿਦਿਆਰਥੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ, ਉਹ ਬੱਚਿਓ, ਕੋਈ ਐਸਾ ਕੰਮ ਨਹੀਂ ਜਿਹਨੂੰ ਤੁਸੀਂ ਲਗਨ ਅਤੇ ਨਿਸ਼ਠਾ ਨਾਲ ਕਰੋ ਉਹ ਤੁਹਾਨੂੰ ਅਸਫਲਤਾ ਵੱਲ ਲੈ ਜਾਵੇ। ਤੁਹਾਡੇ ਅੰਦਰ ਇੱਛਾ ਸ਼ਕਤੀ, ਲਗਨ ਔਰ ਨਿਸ਼ਠਾ ਹੋਣੀ ਚਾਹੀਦੀ ਹੈ। ਸਫਲਤਾ ਤੁਹਾਡੇ ਕਦਮ ਜ਼ਰੂਰ ਚੁੰਮੇਗੀ। ਇੱਥੇ ਮੈਂ ਆਪਣੇ ਵਿਦਿਆਰਥੀਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਐਜੂਕੇਸ਼ਨ ਸਿਸਟਮ ਦੇ ਵਿੱਚ ਤੁਸੀਂ ਵਿਚਰ ਰਹੇ ਹੋ, ਇਹ ਬਹੁਤ ਹੀ ਇੱਕ ਐਸਟੈਬਲਿਸ਼ ਐਜੂਕੇਸ਼ਨ ਸਿਸਟਮ ਹੈ, ਜਿਹਦੇ ਵਿੱਚ ਤੁਹਾਡੇ ਕੋਲ ਅੱਛੇ ਅਧਿਆਪਕ ਮੌਜੂਦ ਹਨ। ਇੱਕ ਜਗ੍ਹਾ ਮੌਜੂਦ ਹੈ ਸਕੂਲ ਦੇ ਰੂਪ ਦੇ ਵਿੱਚ ਅਧਿਆਪਨ ਕਰਨ ਵਾਸਤੇ ਅਤੇ ਅਧਿਆਪਨ ਨੂੰ ਸੌਖਾ ਬਣਾਉਣ ਵਾਸਤੇ ਸਹਾਇਕ ਸਮੱਗਰੀਆਂ ਉਪਲਬਧ ਹਨ। ਇਹਦੇ ਬਾਵਜੂਦ ਜੇ ਅਸੀਂ ਕਿਤੇ ਨਾਕਾਮਯਾਬ ਹੋ ਜਾਂਦੇ ਹਾਂ ਅਤੇ ਡੈਫੀਨੇਟਲੀ ਇਹਦੇ ਪਿੱਛੇ ਇੱਕ ਹੀ ਕਾਰਨ ਹੋਵੇਗਾ, ਸਾਡੀ ਇੱਛਾ ਸ਼ਕਤੀ ਦੀ ਘਾਟ। ਮੈਂ ਆਪਣੇ ਬੱਚਿਆਂ ਨੂੰ ਇਸ ਵੀਡੀਓ ਦੇ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਬੱਚਿਓ, ਆਓ ਆਪਣੀ ਇੱਛਾ ਸ਼ਕਤੀ ਨੂੰ ਪ੍ਰਬਲ ਕਰੀਏ, ਆਪਣੀ ਇੱਛਾ ਸ਼ਕਤੀ ਨੂੰ ਜਗਾਈਏ। ਮੈਂ ਯਕੀਨ ਦਿਵਾਉਣਾ ਹਾਂ ਕਿ ਸਮੁੱਚੀ ਕਾਇਨਾਤ ਸਾਡੇ ਮਨੁੱਖ ਦਾ ਹੱਲ ਕਰਨ ਵਾਸਤੇ ਲੱਗ ਜਾਵੇਗੀ। ਬਹੁਤ ਬਹੁਤ ਧੰਨਵਾਦ।